ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਨਵੰਬਰ ਦਾ ਜਿਹੜਾ ਮਹੀਨਾ ਹੈ ਆਲਮੋਸਟ ਐਂਡ ਹੋਣ ਵਾਲਾ ਆ। ਸੋ ਨਵੰਬਰ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਹੋਈਆਂ ਕਿ ਬਹੁਤ ਨੈਗੇਟਿਵਿਟੀ ਆ, ਬਹੁਤ ਨੈਗੇਟਿਵ ਰਿਜ਼ਲਟ ਆ ਰਹੇ ਆ, ਪਰ ਇੰਨਾ ਜ਼ਿਆਦਾ ਨੈਗੇਟਿਵ ਨਹੀਂ ਰਿਹਾ ਨਵੰਬਰ ਦਾ ਟ੍ਰੈਂਡ। ਨਵੰਬਰ 'ਚ ਵੀ ਬਹੁਤ ਪੋਜ਼ਿਟਿਵਿਟੀ ਦਿਖੀ। ਸੋ ਅੱਜ ਦੇ ਸ਼ੋਅ ਦੇ ਵਿੱਚ ਸਮਝਾਂਗੇ ਕਿ ਨਵੰਬਰ ਮਹੀਨੇ 'ਚ ਰਿਜ਼ਲਟ ਦਾ ਟ੍ਰੈਂਡ ਕੀ ਰਿਹਾ। ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਗੈਸਟ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ ਦਾ। ਸਵਾਗਤ ਹੈ ਜੀ। ਥੈਂਕ ਯੂ ਦੀਪਕ ਜੀ। ਸੋ ਜਗਪ੍ਰੀਤ ਜੀ, ਨਵੰਬਰ ਆਲਮੋਸਟ ਕਨਕਲੂਡ ਹੋਣ ਲੱਗਾ ਆ। ਹੁਣ ਜੇ ਰਿਜ਼ਲਟ ਦੀ ਗੱਲ ਕੀਤੀ ਜਾਵੇ, ਸੋਸ਼ਲ ਮੀਡੀਆ ਤੇ ਜਿਹੜਾ ਕਿਹਾ ਜਾ ਰਿਹਾ ਸੀ ਬਹੁਤ ਜ਼ਿਆਦਾ ਨੈਗੇਟਿਵਿਟੀ ਸੀ। ਇਹ ਲੱਗ ਰਿਹਾ ਸੀ ਕਿ ਕੈਨੇਡਾ 100% ਰਿਫਿਊਜ਼ਲ ਹੀ ਦੇ ਰਿਹਾ ਹੈ। ਕਿੱਦਾਂ ਦਾ ਰਿਹਾ ਨਵੰਬਰ? ਦੇਖੋ ਦੀਪਕ ਜੀ, ਜਿਹੜਾ ਅੱਜ ਦਾ ਤੁਸੀਂ ਟੌਪਿਕ ਲਿਆ, ਜਦੋਂ ਆਪਾਂ ਟ੍ਰੈਂਡਸ ਦੀ ਗੱਲ ਕਰਦੇ ਹਾਂ, ਰਾਈਟ, ਟ੍ਰੈਂਡਸ ਨੂੰ ਬੜਾ ਮਿਸਕਨਸੈਪਸ਼ਨ ਦੇ ਨਾਲ ਵਰਡ ਨੂੰ ਇਸ ਨੂੰ ਲਿਆ ਜਾ ਰਿਹਾ ਹੈ। ਇਹਦੀ ਇੰਟਰਪ੍ਰੀਟੇਸ਼ਨ ਬੜੀ ਗਲਤ ਲਈ ਜਾ ਰਹੀ ਹੈ। ਇਹਦੇ ਵਿੱਚ ਸਟੂਡੈਂਟਸ ਵੱਲੋਂ ਜੋ ਮੈਂ ਨੋਟਿਸ ਕੀਤਾ ਹੈ ਜਾਂ ਜੋ ਮੇਰੇ ਐਕਸਪੀਰੀਅੰਸ ਦੇ ਅਕੋਰਡਿੰਗਲੀ ਜੋ ਮੈਂ ਵਿਜ਼ੂਅਲਾਈਜ਼ ਕੀਤੀਆਂ ਨੇ ਚੀਜ਼ਾਂ, ਉਹਦੇ ਵਿੱਚ ਸਟੂਡੈਂਟ ਦਾ ਟ੍ਰੈਂਡ ਨੂੰ ਲੈ ਕੇ ਮਤਲਬ ਇਹ ਹੈ ਵੀ ਜਦੋਂ ਵੀਜ਼ੇ ਆਉਣੇ ਸਟਾਰਟ ਹੁੰਦੇ ਆ ਤਾਂ ਵੀਜ਼ੇ ਆਉਣ ਲੱਗ ਜਾਂਦੇ ਆ, ਜਦੋਂ ਰਿਫਿਊਜ਼ਲ ਆਉਣੇ ਸਟਾਰਟ ਹੁੰਦੇ ਆ ਤੇ ਫਿਰ ਰਿਫਿਊਜ਼ਲ ਆਉਣੇ ਸਟਾਰਟ ਹੋ ਜਾਂਦੇ। ਉਹਦੇ ਵਿੱਚ ਭਾਵੇਂ ਜਿੱਦਾਂ ਦਾ ਮਰਜ਼ੀ ਪ੍ਰੋਫਾਈਲ ਹੋਵੇ, ਉਹ ਉਸ ਟ੍ਰੈਂਡ ਦਾ ਪਾਰਟ ਬਣ ਕੇ ਰਿਫਿਊਜ਼ ਹੋ ਜਾਂਦਾ। ਫਸਟ ਆਫ ਆਲ ਇਹ ਚੀਜ਼ ਜਿਹੜੀ ਹੈ ਇਹ ਗਲਤ ਹੈ। IRCC ਜਦੋਂ ਵੀ ਕਿਸੇ ਐਪਲੀਕੇਸ਼ਨ ਦਾ ਰਿਜ਼ਲਟ ਕਰਦੀ ਹੈ, ਉਹਨੂੰ ਕਨਕਲੂਡ ਕਰਦੀ ਹੈ, ਤਾਂ ਉਹਦੇ ਬਹੁਤ ਸਾਰੇ ਐਸਪੈਕਟਸ ਨੂੰ ਕੰਸੀਡਰ ਕਰਨ ਤੋਂ ਬਾਅਦ ਫਿਰ ਉਸ ਐਪਲੀਕੇਸ਼ਨ ਨੂੰ ਕਨਕਲੂਡ ਕੀਤਾ ਜਾਂਦਾ ਹੈ। ਉਹਦਾ ਫਾਈਨਲ ਰਿਜ਼ਲਟ ਦਿੱਤਾ ਜਾਂਦਾ ਹੈ ਜਿਹੜਾ ਕਿ ਈਦਰ ਵੀਜ਼ਾ ਦੇ ਫਾਰਮ 'ਚ ਹੈ ਜਾਂ ਉਹ ਐਪਲੀਕੇਸ਼ਨ। ਪਰ ਮੈਂ ਤੁਹਾਨੂੰ ਵਿੱਚ ਦੀ ਟੋਕਣਾ ਚਾਹੂੰਗਾ, ਸਟੂਡੈਂਟ ਕੀ ਦੇਖਦੇ ਨੇ ਐਂਡ ਰਿਜ਼ਲਟ। ਉਹ ਇਹ ਦੇਖਦੇ ਨੇ ਕਿ ਅੱਜ ਕੱਲ ਇਹ 15 ਦਿਨ 'ਚ ਜਾਂ ਇਸ ਮਹੀਨੇ 'ਚ ਵੀਜ਼ੇ ਆ ਰਹੇ ਆ ਕਿ ਰਿਫਿਊਜ਼ਲ ਜ਼ਿਆਦਾ ਆ ਰਹੀ ਹੈ, ਤੇ ਉਹ ਵੀ ਸੋਸ਼ਲ ਮੀਡੀਆ ਕੀ ਕਹਿ ਰਿਹਾ। ਦੇਖੋ ਦੀਪਕ ਜੀ, ਇਹਦੇ ਵਿੱਚ ਹੁਣ ਵਰਡ ਟੂ ਵਰਡ ਜਦੋਂ ਆਪਾਂ ਗੱਲ ਕਰਾਂਗੇ ਤਾਂ ਉਹ ਚੀਜ਼ ਕਦੀ ਵੀ ਡਿਫਾਈਨ ਨਹੀਂ ਹੋ ਸਕਦੀ। ਹਰ ਇੱਕ ਇੰਡੀਵਿਜੂਅਲ ਦਾ, ਚਾਹੇ ਉਹ ਸਟੂਡੈਂਟ ਹੈ ਚਾਹੇ ਉਹ ਕੰਸਲਟੈਂਟ ਹੈ, ਉਹਦਾ ਇੱਕ ਆਪ ਦਾ ਥਾਟ ਪ੍ਰੋਸੈਸ ਹੈ। ਉਹ ਉਸ ਸਿਚੁਏਸ਼ਨ ਨੂੰ ਕਿਸ ਤਰੀਕੇ ਨਾਲ ਇੰਟਰਪ੍ਰੀਟ ਕਰਦਾ। ਸੋ ਨਵੰਬਰ ਨੂੰ ਤੁਸੀਂ ਕਿਵੇਂ ਇੰਟਰਪ੍ਰੀਟ? ਦੇਖੋ ਜੀ, ਨਵੰਬਰ ਨੂੰ ਮੈਂ ਪ੍ਰੈਜ਼ੈਂਟਲੀ ਜਿਹੜਾ ਮੈਂ ਟ੍ਰੈਂਡ ਨੂੰ ਇੰਟਰਪ੍ਰੀਟ ਕਰੂੰਗਾ ਕਿ ਪ੍ਰੈਜ਼ੈਂਟਲੀ ਜੋ IRCC ਚੋਂ ਰਿਜ਼ਲਟ ਆ ਰਹੇ ਨੇ, ਮੈਂ ਉਹਦੇ ਵੀਜ਼ਾ ਦੇ ਉੱਤੇ ਜਾਂ ਰਿਜੈਕਸ਼ਨ ਦੇ ਉੱਤੇ ਗੱਲ ਨਹੀਂ ਕਰੂੰਗਾ। ਮੈਂ ਗੱਲ ਕਰੂੰਗਾ ਵੀ ਉਹ ਕਿਹੜੇ ਐਸਪੈਕਟਸ ਨੂੰ ਦੇਖ ਕੇ ਰਿਜ਼ਲਟ ਆ ਰਹੇ ਨੇ। ਮੈਂ ਦੇਖਿਆ ਕਿ ਨਵੰਬਰ ਮੰਥ ਦੇ ਵਿੱਚ SDS ਐਪਲੀਕੇਸ਼ਨਸ ਵੀ ਬਹੁਤ ਜ਼ਿਆਦੀਆਂ ਅਪਰੂਵ ਨਹੀਂ ਹੋਈਆਂ, ਉਹਨਾਂ 'ਚ ਰਿਜੈਕਸ਼ਨ ਵੀ ਦੇਖਣ ਨੂੰ ਮਿਲੀ। ਔਰ ਨਾਨ SDS ਦੇ ਵਿੱਚ ਜਿੱਥੇ ਆਪਾਂ ਜ਼ਿਆਦਾ ਰਿਜੈਕਸ਼ਨ ਦੇਖੀ, ਉੱਥੇ ਮੈਂ ਵੀਜ਼ਾ ਵੀ ਦੇਖੇ। ਸੋ ਇਹ ਜਦੋਂ ਸਿਚੁਏਸ਼ਨ ਹੈ ਤੇ ਆਪਾਂ ਇਹਨੂੰ ਡਿਫਾਈਨ ਨਹੀਂ ਕਰ ਸਕਦੇ ਕਿ ਨਾਨ SDS ਰਿਜੈਕਟ ਹੋ ਰਿਹਾ ਔਰ SDS। ਚਲੋ ਫਿਰ ਇਹ ਦੱਸ ਦਿਓ ਕਿ ਜਿਹੜੇ ਰਿਜੈਕਟ ਹੋਏ ਉਹ ਕਿੱਦਾਂ ਦੇ ਪ੍ਰੋਫਾਈਲ ਸੀ। ਬਿਲਕੁਲ, ਹੁਣ ਐਗਜ਼ੈਕਟਲੀ ਜਿਹੜਾ ਟ੍ਰੈਂਡ ਹੈ ਮੀਨਸ IRCC ਦਾ ਜਿਹੜਾ ਵਰਕਿੰਗ ਪੈਟਰਨ ਹੈ ਉਹ ਟ੍ਰੈਂਡ ਹੈ। ਠੀਕ ਹੈ, ਆਪਾਂ ਦੇਖਦੇ ਰਹੇ ਹਾਂ ਕਿ ਜਦੋਂ 2020 'ਚ ਵੀ ਰਿਜ਼ਲਟ ਆਏ ਜਾਂ 21 'ਚ ਵੀ ਰਿਜ਼ਲਟ ਸੈਪਟੈਂਬਰ ਤੱਕ ਵੀ ਮਿਲੇ, ਤਾਂ ਉੱਥੇ ਕਿਤੇ ਨਾ ਕਿਤੇ IELTS ਦਾ ਜਿਹੜਾ ਸਕੋਰ ਸੀ ਇਹ ਬਹੁਤ ਜ਼ਿਆਦਾ ਹੈਵੀ ਰਹਿੰਦਾ ਸੀਗਾ ਰਿਜ਼ਲਟ ਦੇ ਫੈਕਟਰਸ ਦੇ ਵਿੱਚ। ਯਾਨੀ ਕਿ ਇਸ ਮਤਲਬ IELTS ਓਰੀਐਂਟਡ ਰਿਜ਼ਲਟ ਥਾਟ ਪ੍ਰੋਸੈਸ ਕਿਤੇ ਚੱਲਦਾ ਸੀ। ਬਟ ਜੋ ਮੈਂ ਹੁਣ ਟ੍ਰੈਂਡ ਨੋਟ ਕੀਤਾ ਹੈ IRCC ਦੇ ਰਿਜ਼ਲਟ ਦੇਣ ਦਾ, ਉਹਦੇ ਵਿੱਚ ਉਹ ਸਿਰਫ IELTS ਨੂੰ ਫੋਕਸ ਨਹੀਂ ਕਰ ਰਹੇ। ਇਸ ਤੋਂ ਇਲਾਵਾ ਉਹ ਤੁਹਾਡੀਆਂ ਅਕੈਡਮਿਕ ਅਚੀਵਮੈਂਟਸ, ਤੁਹਾਡੇ ਅਕੈਡਮਿਕ ਪਰਫਾਰਮੈਂਸ, ਅਕੈਡਮਿਕ ਸਕੋਰਸ, ਰੈਲੇਵੈਂਸੀ ਆਫ ਦਾ ਪ੍ਰੋਗਰਾਮ ਅਪਗ੍ਰੇਡ ਹੋ ਰਿਹਾ ਹੈ ਜਾਂ ਜਿਸ ਪ੍ਰੋਗਰਾਮ 'ਚ ਤੁਸੀਂ ਜਾ ਰਹੇ ਹੋ ਉਹਦਾ ਐਕੈਡਮਿਕ ਪ੍ਰੋਗਰੈਸ਼ਨ ਕੀ ਹੈ। ਇਸ ਤੋਂ ਬਾਅਦ ਜਿਨ੍ਹਾਂ ਸਟੂਡੈਂਟਸ ਦਾ ਗੈਪ ਹੈ, ਉਹ ਗੈਪ ਦੀਆਂ ਜਸਟੀਫਿਕੇਸ਼ਨਸ ਕਿਸ ਤਰੀਕੇ ਨਾਲ ਦੇ ਰਹੇ ਨੇ, ਉਹਨਾਂ ਦਾ ਕੀ ਕਨੈਕਸ਼ਨ ਹੈ, ਕਿਹੜੇ ਫੈਕਟਰਸ ਮੋਟੀਵੇਟ ਕਰ ਰਹੇ ਨੇ ਡਿਊਰਿੰਗ ਯੂਅਰ ਪ੍ਰੋਫੈਸ਼ਨਲ ਅਚੀਵਮੈਂਟਸ ਕਿ ਤੁਸੀਂ ਦੁਬਾਰਾ ਐਜੂਕੇਸ਼ਨ ਕੰਟੀਨਿਊ ਕਰ ਰਹੇ ਹੋ ਕੈਨੇਡਾ। ਐਂਡ ਲਾਸਟਲੀ SOP। ਬਹੁਤ ਸਾਰੇ ਸਟੂਡੈਂਟਸ ਦੇ ਮੈਂ ਦੇਖਿਆ ਦੀਪਕ ਜੀ, ਬਹੁਤ ਬ੍ਰਾਈਟ ਪ੍ਰੋਫਾਈਲਸ ਜਿਹੜੇ ਕਿ SOP ਮਿਸ ਹੋਣ ਕਰਕੇ ਜਾਂ SOP ਗਲਤ ਡਰਾਫਟ ਹੋਣ ਕਰਕੇ ਰਿਜੈਕਟ ਹੋਏ ਨੇ। ਸੋ ਪ੍ਰੈਜ਼ੈਂਟਲੀ ਅਗਰ ਮੈਂ ਟ੍ਰੈਂਡਸ ਨੂੰ ਇੰਟਰਪ੍ਰੀਟ ਕਰਾਂ ਜਾਂ ਇਹਦੇ ਟ੍ਰੈਂਡਸ ਨੂੰ ਇੱਕ ਸਿਨੋਨਿਮਿਕਲ ਸਿਚੁਏਸ਼ਨ ਦੇ ਨਾਲ ਇਹਨੂੰ ਲੇਮਨ ਲੈਂਗੁਏਜ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਇਹ ਹੈ ਕਿ ਹੁਣ IRCC ਦਾ ਟ੍ਰੈਂਡ ਕੱਲਾ IELTS ਨੂੰ ਵਾਚ ਕਰਨਾ ਨਹੀਂ ਹੈ, ਉਹ ਤੁਹਾਡੇ ਅਦਰ ਐਸਪੈਕਟਸ ਜਿਹੜੇ ਕਿ ਅਕੈਡਮਿਕਸ ਦੇ ਕ੍ਰੈਡੀਬਿਲਿਟੀਜ਼, ਓਵਰਆਲ ਕ੍ਰੈਡੀਬਿਲਿਟੀ ਨਾਲ ਜੁੜੇ ਨੇ, ਪ੍ਰੋਫਾਈਲ ਦੀ ਕੰਪੈਟੇਬਿਲਿਟੀ ਨਾਲ ਜੁੜੇ ਨੇ ਕਿ ਕੀ ਤੁਸੀਂ ਕੈਨੇਡਾ ਨੂੰ ਵਾਕਈ ਡਿਜ਼ਰਵ ਕਰਦੇ ਹੋ ਆਪਣੇ ਅਕੈਡਮਿਕ ਪ੍ਰੋਫਾਈਲ ਦੇ ਉੱਤੇ ਕਿ ਤੁਹਾਨੂੰ ਐਜੂਕੇਸ਼ਨ ਜਿਹੜੀ ਉਹ ਕੈਨੇਡਾ 'ਚ ਆਫਰ ਕੀਤੀ ਜਾਵੇ। ਸੋ ਇਹ ਕੰਪੈਟੇਬਿਲਿਟੀ ਫੈਕਟਰਸ ਦੇ ਉੱਤੇ ਅੱਜ ਟ੍ਰੈਂਡ ਜਿਹੜੇ ਨੇ ਵੀਜ਼ਾ ਦੇ ਉਹ ਚੱਲ ਰਹੇ।
ਸੋ ਜਿਹੜੀਆਂ ਗੱਲਾਂ ਆਪਾਂ ਪਹਿਲਾਂ ਵੀ ਕਹਿੰਦੇ ਹੁੰਦੇ ਸੀ 2-3 ਮਹੀਨੇ ਪਹਿਲਾਂ ਕਿ ਪ੍ਰੋਫਾਈਲ ਜਿਹੜੀ ਕੋਰਸ ਰੈਲੇਵੈਂਸੀ ਹੈ ਹਨਾ, ਉਹ ਸਾਰੀਆਂ ਚੀਜ਼ਾਂ ਤੇ ਤੁਸੀਂ ਕਹਿ ਰਹੇ ਹੋ ਹੁਣ ਵਾਕਈ ਇੰਪਲੀਮੈਂਟੇਸ਼ਨ ਸ਼ੁਰੂ ਹੋ ਗਈ ਹੈ। ਬਿਲਕੁਲ ਜੀ, ਉਸ ਪਾਰਟ ਦੇ ਉੱਤੇ ਹੁਣ ਪ੍ਰੀਸਾਈਜ਼ਲੀ ਜਿਹੜੇ ਰਿਜ਼ਲਟਸ ਨੇ ਉਹ ਆਊਟ ਹੋ ਰਹੇ ਨੇ। ਮੈਂ ਦੇਖਿਆ ਦੀਪਕ ਜੀ ਬਹੁਤ ਰਿਫਿਊਜ਼ਲਸ ਆਉਂਦੇ ਹੁੰਦੇ ਸੀ ਜਿਹਦੇ ਵਿੱਚ ਪਰਪਸ ਆਫ ਵਿਜ਼ਿਟ ਯੂਅਰ ਜਸਟੀਫਾਈਡ ਯੂ ਵਿਲ ਨਾਟ ਕਮ ਬੈਕ, ਔਰ ਤੁਹਾਡੇ ਇੱਕ ਕਾਮਨ ਜਿਹਾ ਕਲੌਜ਼ ਲੱਗਦਾ ਜਿਹਦੇ ਵਿੱਚ 5-6 ਨੋਟਸ ਦਿੱਤੇ ਹੁੰਦੇ ਸੀ ਅਕੈਡਮਿਕ ਕੁਆਲੀਫਿਕੇਸ਼ਨਸ ਐਂਡ ਲੈਂਗੁਏਜਸ ਐਂਡ ਆਲ ਦੈਟ। ਹੁਣ ਸਪੈਸੀਫਿਕਲੀ ਆ ਰਹੇ ਨੇ। ਮੈਂ ਇੱਕ ਸਟੂਡੈਂਟ ਦੀ ਰਿਫਿਊਜ਼ਲ ਦੇਖੀ ਜਿਸ ਲਿਖਿਆ ਸੀ ਯੂਅਰ ਸੈਕੰਡਰੀ ਸਕੋਰਸ ਆਰ ਅਕੈਡਮਿਕਲੀ ਲੋ। ਸਟੂਡੈਂਟ ਦੇ +2 ਦੇ ਸਕੋਰ ਬਹੁਤ ਅੱਛੇ ਨੇ, IELTS 6 ਈਚ ਹੈ, ਰੈਲੇਵੈਂਟ ਪ੍ਰੋਗਰਾਮ ਹੈ, ਅਪਗ੍ਰੇਡਡ ਹੈ, ਪਰ ਉਹਦੇ 10th ਦੇ ਵਿੱਚ ਸੈਕੰਡਰੀ ਐਜੂਕੇਸ਼ਨ ਦੇ ਮਾਰਕਸ ਘੱਟ ਨੇ, ਜਿਹਦੇ ਉੱਤੇ ਉਹਨਾਂ ਨੇ ਕਿਹਾ that it seems like that you will not be able to successfully complete your program in Canada based on the scores of your secondary education. So this means ਕਿ ਉਹ ਜਿਹੜੇ ਪੈਰਾਮੀਟਰਸ ਦੇ ਉੱਤੇ ਅਸੀਂ ਦੀਪਕ ਜੀ ਬਹੁਤ ਮਤਲਬ 10ਵੀਂ ਦੇ ਨੰਬਰਾਂ ਕਰਕੇ ਜਾਂ ਕਿਸੇ ਖਾਸ ਸਬਜੈਕਟ ਦੇ ਨੰਬਰਾਂ ਕਰਕੇ ਦੇ ਉੱਤੇ ਹੋਣਗੇ ਜੀ, ਕਿਉਂਕਿ ਉਹ ਹੁਣ ਸਟੂਡੈਂਟ ਨੇ ਮੇਰੇ ਨਾਲ ਲਾਈਵ ਗੱਲ ਕੀਤੀ ਸੀ ਤਾਂ ਹੁਣ ਮੈਨੂੰ ਐਗਜ਼ੈਕਟ ਸਕੋਰਸ ਉਹਦੇ ਨਹੀਂ ਪਤਾ, ਬਟ ਇਹ ਵੀ ਹੁਣ ਸਿਚੁਏਸ਼ਨ ਜਿਹੜੀ ਹੈ ਮੀਨਸ ਹੁਣ ਹਰ ਇੱਕ ਕੰਪੈਟੀਬਿਲਿਟੀ ਫੈਕਟਰ ਨੂੰ ਕੰਸੀਡਰ ਕਰਨ ਤੋਂ ਬਾਅਦ ਟ੍ਰੈਂਡ ਜਿਹੜੇ ਅੱਜ ਆਪਾਂ ਦੇਖ ਰਹੇ ਆ ਨਾ ਕਿ ਵੀਜ਼ੇ ਆ ਰਹੇ ਨੇ, ਰਿਜੈਕਸ਼ਨ ਹੋ ਰਹੀਆਂ ਨੇ, ਸਾਰੇ ਫੈਕਟਰਸ ਨੂੰ ਉਹਦਾ ਲਾਸਟ ਤੇ ਮੈਨੂੰ ਇੱਕ ਚੀਜ਼ ਦੱਸੋ, ਜਿਵੇਂ ਇਹ ਸਟੂਡੈਂਟ ਸੀਗਾ 10th ਦੇ ਇਹਦੇ ਨੰਬਰ ਸੀ, ਕੀ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ SOP ਚ ਕਵਰ ਕੀਤਾ ਜਾ ਸਕਦਾ? ਬਿਲਕੁਲ ਕੀਤਾ ਜਾ ਸਕਦਾ ਜੀ। ਜਦੋਂ ਆਪਾਂ ਕਿਸੇ ਵੀ ਅਕੈਡਮਿਕਸ ਦੇ ਵਿੱਚ ਵੀਕ ਆ, ਸੋ ਸਭ ਤੋਂ ਪਹਿਲੀ ਚੀਜ਼ ਹੈ ਜਦੋਂ ਆਪਾਂ ਇੱਕ ਪ੍ਰੋਗਰਾਮ ਲੈਂਦੇ ਆ ਦੀਪਕ ਜੀ, ਸਭ ਤੋਂ ਵੱਡੀ ਗਲਤੀ ਕੀ ਹੁੰਦੀ ਹੈ, ਪ੍ਰੋਗਰਾਮ ਸਿਲੈਕਟ ਕਰਨ ਲੱਗਿਆ ਸਟੂਡੈਂਟ ਜਾਂ ਬਹੁਤ ਸਾਰੇ ਕੰਸਲਟੈਂਟ ਇਹ ਦੇਖਦੇ ਨੇ ਇਹਦਾ ਟ੍ਰੇਡ ਸਿਮਿਲਰ ਹੈ ਤਾਂ ਇਹ ਪ੍ਰੋਗਰਾਮ ਰੈਲੇਵੈਂਟ ਹੈ। ਉਹ ਪ੍ਰੋਗਰਾਮ ਕਦੀ ਵੀ ਟ੍ਰੇਡ ਸਿਮਿਲਰ ਹੋਣ ਨਾਲ ਰੈਲੇਵੈਂਟ ਨਹੀਂ ਹੁੰਦਾ। ਉਹਦੇ ਵਿੱਚ ਤੁਹਾਡੇ ਅਕੈਡਮਿਕ ਅਚੀਵਮੈਂਟਸ ਦੀ ਕੰਪੈਟੀਬਿਲਿਟੀ ਮੈਟਰ ਕਰਦੀ ਹੈ। ਤੁਹਾਡੇ ਅਕੈਡਮਿਕ ਸਕੋਰਸ ਜਸਟੀਫਾਈ ਕਰਦੇ ਨੇ ਕਿ ਜਿਸ ਸਬਜੈਕਟ 'ਚ ਤੁਸੀਂ ਸਟਰੋਂਗ ਹੋ ਉਹਦਾ ਹੀ ਅਕੈਡਮਿਕ ਪ੍ਰੋਗਰੈਸ਼ਨ ਲੈ ਰਹੇ ਹੋ, ਔਰ ਅਗਰ ਜੇ ਤੁਸੀਂ ਕਿਸੇ ਸਬਜੈਕਟ 'ਚ ਵੀਕ ਹੋ ਤੇ ਜੇ ਤੁਸੀਂ ਉਹਦੇ ਰਿਲੇਟਡ ਪ੍ਰੋਗਰਾਮ ਅੱਗੇ ਫਿਊਚਰ ਲੈ ਰਹੇ ਹੋ ਤਾਂ ਤੁਹਾਡੇ ਉਸ ਸਬਜੈਕਟ ਦੇ ਸਕੋਰਸ ਵੀਕ ਨੇ ਤਾਂ ਡੈਫੀਨੇਟਲੀ ਤੁਸੀਂ ਉਸ ਪ੍ਰੋਗਰਾਮ ਨੂੰ ਕੰਪਲੀਟ ਨਹੀਂ ਕਰ ਪਾਓਗੇ। ਉੱਥੇ ਉਹ ਪ੍ਰੋਗਰਾਮ ਦੀ ਰੈਲੇਵੈਂਸੀ ਜਸਟੀਫਾਈ ਨਹੀਂ ਹੁੰਦੀ। ਰੈਲੇਵੈਂਸੀ ਜ਼ਰੂਰ ਹੈ, ਠੀਕ ਹੋ ਦੀਪਕ ਜੀ, ਇੱਕ ਵਰਡ ਹੁੰਦੇ ਨਾ, ਮਤਲਬ ਆਪਾਂ ਜਦੋਂ ਗੱਲ ਕਰਦੇ ਆ ਕਿ ਰੈਲੇਵੈਂਟ ਹੋ ਗਿਆ, ਕੀ ਉਹ ਜਸਟੀਫਾਈ ਹੋ ਰਿਹਾ? ਰੈਲੇਵੈਂਸੀ ਅਗਰ ਆਪਾਂ ਲੈ ਲਈ ਤਾਂ ਕੀ ਉਹ ਜਸਟੀਫਾਈ ਹੋ ਰਹੀ ਹੈ? ਇਹ ਵੀ ਬਹੁਤ ਇੰਪੋਰਟੈਂਟ ਹੈ। ਸੋ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਜਦੋਂ ਆਪਾਂ ਪ੍ਰੋਗਰਾਮ ਦੀਆਂ ਰੈਲੇਵੈਂਸੀਜ਼ ਦੇ ਉੱਤੇ ਗੱਲ ਕਰਦੇ ਹਾਂ। ਸੋ ਸਟੂਡੈਂਟਸ SOP ਤੇ ਬਾਕੀ ਜਿਹੜੇ ਐਸਪੈਕਟ ਨੇ IELTS ਤੋਂ ਇਲਾਵਾ ਉਹ ਸਾਰੇ ਵੀ ਕਿਤੇ ਨਾ ਕਿਤੇ ਹੁਣ ਇੰਪੋਰਟੈਂਟ ਹੋ ਰਹੇ ਨੇ, ਕਿਉਂਕਿ ਕੈਨੇਡਾ ਉਹ ਸਾਰੇ ਵੀ ਕੰਸੀਡਰ ਕਰ ਰਿਹਾ ਵੀਜ਼ਾ ਜਾਂ ਰਿਫਿਊਜ਼ਲ ਤੇ ਡਿਸੀਜਨ ਲੈਣ ਤੋਂ ਪਹਿਲਾਂ। ਸੋ ਇਹਨਾਂ ਤੇ ਅਸੀਂ ਆਉਣ ਵਾਲੇ ਸਮੇਂ 'ਚ ਡਿਟੇਲਡ ਵੀਡੀਓ ਤੁਹਾਡੇ ਕੋਲ ਜ਼ਰੂਰ ਲੈ ਕੇ ਆਵਾਂਗੇ, ਕਿਉਂਕਿ ਇਹ ਚੀਜ਼ਾਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਇੰਪੋਰਟੈਂਟ ਹੋ ਗਈਆਂ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।